ਉਹਨਾਂ ਦੀ ਸਿੱਖਿਆ ਦਿਖਿਆ ਵੀ ਖਾਸ ਕਰ ਯੂਰਪ ਵਿੱਚ ਹੋਈ ਸੀ ਅਤੇ ਉਹ ਉੱਥੇ ਦੇ ਰਹਿਣ ਸਹਿਣ ਦੇ ਨਿਯਮਾਂ ਵਿੱਚ ਮਾਹਿਰ ਸਨ। ਪਰ ਇੰਨਾ ਹੋਣ 'ਤੇ ਵੀ ਉਹ ਭਾਰਤੀ ਸੰਸਕ੍ਰਿਤੀ ਨੂੰ ਹੀ ਸਰਵਸ਼੍ਰੇਸ਼ਟ ਮੰਨਦੀ ਸਨ ਅਤੇ ਉਸ ਦੇ ਲਈ ਉਹਨਾਂ ਨੇ ਬਹੁਤ ਮਾਣ ਸੀ। ਪੰਡਿਤ ਸ਼੍ਰੀ ਰਾਮ ਸ਼ਰਮਾ ਆਚਾਰੀਆ, ਪੁਸਤਕ ਦਾ ਨਾਂ ਸ਼੍ਰੀਮਤੀ ਸਰੋਜਨੀ ਨਾਇਡੂ। ਉਸ ਧਰਤੀ ਉੱਤੇ ਰਹਿਣ ਵਾਲੇ ਲੋਕਾਂ ਦੇ ਬਾਰੇ ਵਿੱਚ ਤੁਹਾਨੂੰ ਕਿੰਨੀ ਜਾਣਕਾਰੀ ਹੈ ਜਿਸ ਉੱਤੇ ਤੁਸੀਂ ਪੈਦਾ ਹੋਏ, ਪਾਲਣ ਪੋਸ਼ਣ ਅਤੇ ਵੱਡੇ ਹੋਏ। ਤੁਹਾਨੂੰ ਇਸ ਗੱਲ ਉੱਤੇ ਵਿਸ਼ਵਾਸ ਹੈ ਕਿ ਤੁਸੀਂ ਵਿਦੇਸ਼ ਪਹੁੰਚ ਕੇ ਆਪਣੇ ਦੇਸ਼ ਦੇ ਨੁਮਾਇੰਦਗੀ ਕਰ ਸਕੋਗੇ। ਇਹ ਸੀ ਸ਼੍ਰੀਮਤੀ ਸਰੋਜਨੀ ਨਾਇਡੂ ਦੀ ਵਿਚਾਰਧਾਰਾ ਜਿਸ ਨੇ ਉਹਨਾਂ ਨੂੰ ਭਾਰਤ ਮਾਤਾ ਦੀ ਇੱਕ ਸੱਚੀ ਪੁੱਤਰੀ ਬਣਾ ਦਿੱਤਾ ਸੀ। ਆਪਣੀ ਸੱਭਿਅਤਾ ਦੇ ਗਿਆਨ ਦਾ ਮਹੱਤਵ। ਉਹ ਕਹਿੰਦੀ ਸੀ ਕਿ ਗਿਆਨ ਦੀ ਕੋਈ ਸੀਮਾ ਨਹੀਂ ਅਤੇ ਸੰਕੀਰਣਤਾ ਨੂੰ ਤਿਆਗ ਕੇ ਸੰਸਾਰ ਦਾ ਜਿੰਨਾ ਸੰਭਵ ਹੋ ਸਕੇ ਗਿਆਨ ਪ੍ਰਾਪਤ ਕੀਤਾ ਜਾਵੇ ਓਨਾ ਚੰਗਾ ਹੈ। ਪਰ ਜੇਕਰ ਕੋਈ ਵਿਦੇਸ਼ੀ ਸੱਭਿਅਤਾ ਸੰਸਕ੍ਰਿਤੀ ਦੀ ਜਾਣਕਾਰੀ ਦੀ ਲਗਨ ਵਿੱਚ ਆਪਣੀ ਸੱਭਿਅਤਾ ਨੂੰ ਭੁੱਲ ਜਾਵੇ ਤਾਂ ਇਹ ਇੱਕ ਅਪਰਾਧ ਹੋਵੇਗਾ। ਹੋਣਹਾਰ ਅਤੇ ਪ੍ਰਤਿਭਾਸ਼ਾਲੀ ਛਾਤਰਾ। ਸਰੋਜਨੀ ਨਾਇਡੂ ਪੜ੍ਹਨ ਵਿੱਚ ਸਖਤ ਮਿਹਨਤ ਕਰਦੀ ਸੀ। ਉਸ ਦੇ ਨਤੀਜੇ ਵਜੋਂ ਉਹਨਾਂ ਨੇ 12 ਸਾਲ ਦੀ ਉਮਰ ਵਿੱਚ 10ਵੀਂ ਦੀ ਪ੍ਰੀਖਿਆ ਪਾਸ ਕਰ ਲਈ ਸੀ। ਉਸੇ ਸਮੇਂ ਉਹਨਾਂ ਦੀ ਇੱਕ ਰਚਨਾ ਤੋਂ ਖੁਸ਼ ਹੋ ਕੇ ਹੈਦਰਾਬਾਦ ਦੇ ਨਵਾਬ ਨੇ ਉਹਨਾਂ ਨੂੰ ਵਿਲਾਇਤ ਜਾ ਕੇ ਪੜ੍ਹਾਈ ਕਰਨ ਲਈ ਇੱਕ ਵੱਡੀ ਸਕਾਲਰਸ਼ਿਪ ਦਿੱਤੀ ਜਿਸ ਤੋਂ ਉਹ 14 ਸਾਲ ਦੀ ਉਮਰ ਵਿੱਚ ਹੀ ਕਿੰਗਜ਼ ਕਾਲਜ ਵਿੱਚ ਦਾਖਲ ਹੋ ਗਈ। ਸ਼੍ਰੀ ਗੋਖਲੇ ਦੇ ਰਾਹੀਂ ਭਾਰਤ ਮਾਤਾ ਨੂੰ ਪ੍ਰਤਿਭਾ ਸਮਰਪਣ। ਇੱਧਰ ਮੇਰੇ ਨਾਲ ਖੜੀ ਹੋ ਜਾਓ ਅਤੇ ਇਹਨਾਂ ਤਾਰਿਆਂ ਅਤੇ ਪਹਾੜੀਆਂ ਨੂੰ ਗਵਾਹ ਬਣ ਕੇ ਆਪਣਾ ਜੀਵਨ, ਕਾਬਲੀਅਤ, ਵਿਚਾਰ, ਸੁਪਨੇ ਅਤੇ ਸਭ ਕੁਝ ਭਾਰਤ ਮਾਤਾ ਨੂੰ ਭੇਂਟ ਕਰ ਦਿਓ। ਪਿਤਰੀ, ਇਸ ਪਹਾੜੀ ਦੀ ਚੋਟੀ ਤੋਂ ਮਹਾਨ ਸੱਚਾਈ ਦੇ ਦਰਸ਼ਨ ਕਰਕੇ ਤੁਸੀਂ ਭਾਰਤ ਦੇ ਹਜ਼ਾਰਾਂ ਪਿੰਡਾਂ ਵਿੱਚ ਬਸੇ ਹੋਏ ਕਿਸਾਨਾਂ ਤੱਕ ਉਮੀਦ ਦਾ ਸੰਦੇਸ਼ ਫੈਲਾਉਣਾ ਹੈ। ਤਦ ਹੀ ਤੁਹਾਡੀ ਇਹ ਪਰਮਾਤਮਾ ਦੀ ਦਿੱਤੀ ਵਿਲੱਖਣ ਕਾਰਜ ਸ਼ਕਤੀ ਸਾਰਥਕ ਹੋ ਸਕੇਗੀ। ਦੇਸ਼ ਸੇਵਾ, ਤਿਆਗ ਅਤੇ ਤਪੱਸਿਆ। ਸ਼੍ਰੀਮਤੀ ਨਾਇਡੂ ਨੇ ਸੇਵਾ, ਤਿਆਗ ਅਤੇ ਤਪੱਸਿਆ ਦੀ ਸੱਚਾਈ ਨੂੰ ਸ਼ੁਰੂ ਤੋਂ ਹੀ ਸਮਝ ਲਿਆ ਸੀ ਅਤੇ ਇਸ ਲਈ ਇੱਕ ਧਨਵਾਨ ਪਰਿਵਾਰ ਦੀ ਕੋਮਲ ਅਤੇ ਚੰਗੇ ਸੰਸਕਾਰਾਂ ਵਾਲੀ ਮਹਿਲਾ ਹੁੰਦੇ ਹੋਏ ਵੀ ਉਹਨਾਂ ਨੇ ਦੇਸ਼ ਸੇਵਾ ਦਾ ਮਾਰਗ ਚੁਣਿਆ ਜਿਸ ਵਿੱਚ ਤਿਆਗ ਅਤੇ ਤਪੱਸਿਆ ਦੀ ਬਹੁਤ ਜ਼ਰੂਰਤ ਹੁੰਦੀ ਹੈ। ਸ਼੍ਰੀਮਤੀ ਸਰੋਜਨੀ ਦਾ ਸਥਾਨ ਬਿਨਾਂ ਸ਼ੱਕ ਬਹੁਤ ਉੱਚਾ ਸੀ। ਉਹਨਾਂ ਨੇ ਪੱਛਮੀ ਸੱਭਿਅਤਾ ਨੂੰ ਪੂਰਾ ਅਪਣਾ ਲੈਣ 'ਤੇ ਵੀ ਪੂਰਬੀ ਸੰਸਕ੍ਰਿਤੀ ਦਾ ਨਿਰੰਤਰ ਧਿਆਨ ਰੱਖਿਆ ਅਤੇ ਉਸ ਦੀ ਮਹੱਤਤਾ ਨੂੰ ਵਧਾਉਣ ਲਈ ਆਖਰੀ ਸਮੇਂ ਤੱਕ ਕੋਸ਼ਿਸ਼ ਕਰਦੀ ਰਹੀ। ਭਾਰਤ ਦੇ ਜਨਤਕ ਅਤੇ ਰਾਜਨੀਤਿਕ ਖੇਤਰ ਵਿੱਚ ਪ੍ਰਵੇਸ਼ ਕਰਕੇ ਭਾਰਤੀ ਨਾਰੀਆਂ ਦੀ ਨੁਮਾਇੰਦਗੀ ਕਰਨ ਵਾਲੀ ਸਭ ਤੋਂ ਪਹਿਲੀ ਅਤੇ ਸਰਵਸ਼੍ਰੇਸ਼ਟ ਮਹਿਲਾ ਸ਼੍ਰੀਮਤੀ ਸਰੋਜਨੀ ਨੂੰ ਕਿਹਾ ਜਾਵੇ ਤਾਂ ਇਸ ਵਿੱਚ ਕੁਝ ਵੀ ਅਤਿਕਤ ਨਹੀਂ ਹੈ। ਤੁਹਾਡੇ ਸਾਹਮਣੇ ਪੇਸ਼ ਹੈ ਪੁਸਤਕ ਜਿਸ ਵਿੱਚ ਤੁਸੀਂ ਇੱਕ ਦੇਸ਼ ਭਗਤ, ਸ਼੍ਰੇਸ਼ਟ ਵਕਤਾ, ਮਹਾਨ ਕਵਿੱਤਰੀ, ਸਮਾਜ ਸੁਧਾਰਕ ਅਤੇ ਜਾਗਰੂਕ ਭਾਰਤੀ ਸੰਸਕ੍ਰਿਤੀ ਅਤੇ ਸੁਤੰਤਰਤਾ ਪ੍ਰਾਣਾਂ ਦੀ ਬਾਜੀ ਲਗਾਉਂਦੀ ਨਾਰੀ ਦੀ ਜੀਵਨ ਯਾਤਰਾ ਨੂੰ ਗਹਿਰਾਈ ਤੋਂ ਜਾਣੋਗੇ। ਇਸ ਪੁਸਤਕ ਵਿੱਚ ਲੇਖਕ ਨੇ ਮਾਤ ਭੂਮੀ ਦੀ ਅਸਲੀ ਸੇਵਿਕਾ ਸ਼੍ਰੀਮਤੀ ਸਰੋਜਨੀ ਨਾਇਡੂ ਦੇ ਵਿਭਿੰਨ ਸ਼ਖਸੀਅਤ ਪੱਖ ਤੇ ਚਾਨਣ ਪਾਇਆ ਹੈ। ਪੁਸਤਕ ਦੇ ਕੁਝ ਅੰਸ਼ ਅਰਵਿੰਦ, ਸਰੋਜਨੀ ਨਾਇਡੂ ਅਤੇ ਸੁਭਾਸ਼ ਬਾਬੂ ਦੇ ਉਦਾਹਰਨਾਂ ਤੋਂ ਇਹ ਸਿੱਧ ਹੁੰਦਾ ਹੈ ਕਿ ਜੋ ਪ੍ਰਤਿਭਾਸ਼ਾਲੀ ਅਸਲ ਵਿੱਚ ਗਿਆਨ ਦੇ ਉੱਚ ਸਿਖਰ ਤੇ ਪਹੁੰਚ ਜਾਵੇਗਾ ਉਹ ਆਪਣੀ ਕੌਮ ਦਾ ਹੋਰ ਵੀ ਮਜ਼ਬੂਤ ਅਨੁਆਈ ਬਣ ਜਾਵੇਗਾ। ਵਿਦੇਸ਼ ਯਾਤਰਾ ਦੇ ਅਵਸਰ ਤੇ ਯੂਰਪ ਵਿੱਚ ਹੋਣ ਵਾਲੇ ਅੰਤਰਰਾਸ਼ਟਰੀ ਮਹਿਲਾ ਸੰਮੇਲਨ ਵਿੱਚ ਵੀ ਹਿੱਸਾ ਲਿਆ। ਤੁਹਾਡੇ ਭਾਸ਼ਣ ਦਾ ਉੱਥੇ ਬਹੁਤ ਪ੍ਰਭਾਵ ਪਿਆ। ਸੰਮੇਲਨ ਵਿੱਚ ਸ਼੍ਰੀਮਤੀ ਨਾਇਡੂ ਦੇ ਭਾਰਤੀ ਪਹਿਰਾਵੇ ਦਾ ਵੀ ਬਹੁਤ ਪ੍ਰਭਾਵ ਪਿਆ ਅਤੇ ਯੂਰਪ ਦੀਆਂ ਔਰਤਾਂ ਵਿੱਚ ਵੀ ਉਹਨਾਂ ਦੀ ਪਹਿਨੀ ਜਾਣ ਵਾਲੀ ਸਾੜੀ ਵੱਲ ਆਕਰਸ਼ਣ ਵਧਿਆ। ਸ਼੍ਰੀਮਤੀ ਸਰੋਜਨੀ ਨੇ ਇਹ ਸਿੱਧ ਕਰ ਦਿੱਤਾ ਕਿ ਜੇਕਰ ਮੌਕਾ ਮਿਲੇ ਤਾਂ ਭਾਰਤੀ ਔਰਤਾਂ ਵੀ ਹਰ ਖੇਤਰ ਵਿੱਚ ਆਪਣੀ ਯੋਗਤਾ ਦਾ ਪ੍ਰਦਰਸ਼ਨ ਕਰ ਸਕਦੀਆਂ ਹਨ। ਪੈਸਾ ਸਾਡੇ ਲਈ ਕੀ ਹੈ? ਅਸੀਂ ਤਾਕਤ ਲੈ ਕੇ ਕੀ ਰਹਾਂਗੇ? ਮਹਿਮਾ ਨਾਲ ਸਾਡਾ ਕੀ ਮਤਲਬ ਹੈ? ਜਦੋਂ ਅਸੀਂ ਆਪਣੀ ਔਰਤਾਂ ਦੀ ਪਵਿੱਤਰਤਾ ਦੀ ਰੱਖਿਆ ਨਹੀਂ ਕਰ ਸਕਦੇ ਤਾਂ ਧਨ, ਬਲ, ਮਹਿਮਾ ਦਾ ਆਜ਼ਾਦੀ ਦੀ ਲੜਾਈ ਵਿੱਚ ਕਾਇਰਤਾ ਸਭ ਤੋਂ ਨਾ ਮਾਫ਼ ਕਰਨ ਯੋਗ ਅਪਰਾਧ ਹੈ ਅਤੇ ਨਿਰਾਸ਼ਾ ਸਭ ਤੋਂ ਭਿਆਨਕ ਪਾਪ ਹੈ। ਆਜ਼ਾਦੀ ਦੀ ਦੇਵੀ ਹਮੇਸ਼ਾ ਕੁਰਬਾਨੀ ਤੋਂ ਪ੍ਰਸੰਨ ਹੁੰਦੀ ਹੈ। ਉਹ ਆਪਣੇ ਸਰੋਤਿਆਂ ਦੇ ਸਾਹਮਣੇ ਹਮੇਸ਼ਾ ਸੀਤਾ ਅਤੇ ਸਾਵਿਤਰੀ ਦਾ ਉਦਾਹਰਣ ਹੀ ਪੇਸ਼ ਕਰਦੀ ਸੀ ਅਤੇ ਆਪਣੇ ਨੂੰ ਇਹਨਾਂ ਦੇ ਖਾਨਦਾਨ ਦਾ ਦਾਅਵਾ ਕਰਦੀ ਸੀ। ਪੁਸਤਕ ਦੇ ਕੁਝ ਅੰਸ਼ ਦੇਸ਼ ਸੇਵਾ ਦੀ ਲਗਨ, ਅਸਹਿਯੋਗ ਅੰਦੋਲਨ, ਭਾਰਤ ਸਰਕਾਰ ਨਾਲ ਸੰਘਰਸ਼, ਅਫਰੀਕਾ ਯਾਤਰਾ, ਕਾਂਗਰਸ ਦੇ ਪ੍ਰਧਾਨ।